एक बार फिर तो मैं हरसिमरत सिंह ਲੈਕਚਰਰ ਕੰਪਿਊਟਰ ਇੰਜੀਨੀਅਰਿੰਗ GPCG ਜਲੰਧਰ ਆਪ ਜੀ ਦਾ ਧੰਨਵਾਦ ਕਰਦਾ, ਆਪ ਜੀ ਨੂੰ ਜੀ ਆਇਆਂ ਆਖਦਾ। ਸੋ ਇਸ ਵਾਰ ਜਿਹੜਾ ਆਪਣਾ ਟੌਪਿਕ ਆਪਾਂ ਡਿਸਕਸ ਕਰਨਾ ਹੈਗਾ ਉਹ ਸਾਡੇ ਸਿਲੇਬਸ ਦੇ ਸੈਕਿੰਡ ਯੂਨਿਟ ਦਾ ਪਹਿਲਾ ਟੌਪਿਕ ਹੈ। ਸਾਡੇ ਸਿਲੇਬਸ ਦਾ ਜਿਹੜਾ ਸੈਕਿੰਡ ਚੈਪਟਰ ਦਾ ਪਹਿਲਾ ਯੂਨਿਟ ਹੈਗਾ ਉਹ ਹੈ ਬੱਸ ਆਰਗੇਨਾਈਜੇਸ਼ਨ ਆਫ 8085 ਮਾਈਕਰੋ ਪ੍ਰੋਸੈਸਰ। ਬੇਸਿਕਲੀ ਇਹਦੇ 'ਚ ਆਪਾਂ ਬੱਸਿਸ ਡਿਸਕਸ ਕਰਾਂਗੇ ਕਿ ਸਾਡੇ ਕੋਲ ਕਿੰਨੀਆਂ ਬੱਸਿਸ ਨੇ, ਕੀ ਉਹਨਾਂ ਦਾ ਕੰਮ ਹੈਗਾ। ਇਹ ਛੋਟਾ ਜਿਹਾ ਇੱਕ ਟੌਪਿਕ ਹੈਗਾ ਪਰ ਕਾਫੀ ਇੰਪੋਰਟੈਂਟ ਹੈ, ਪੇਪਰ ਦੇ ਵਿੱਚ ਆਲਮੋਸਟ ਆਉਂਦਾ, ਤਾਂ ਆਪਾਂ ਇਹਨੂੰ ਡਿਸਕਸ ਕਰਦੇ ਹਾਂ। ਟਾਈਪ ਸਮਝਣ ਤੋਂ ਪਹਿਲਾਂ ਸਾਨੂੰ ਬੱਸ ਹੁੰਦੀ ਕੀ ਹੈ ਇਹ ਪਤਾ ਹੋਣਾ ਚਾਹੀਦਾ ਕਿ ਬੱਸ ਕੀ ਹੈ। ਬੱਸ ਬੇਸਿਕਲੀ ਕੀ ਹੈਗੀਆਂ, ਤਾਰਾਂ ਨੇ, ਕੰਡਕਟਿੰਗ ਵਾਇਰਸ ਹੈਗੀਆਂ ਜਿਨ੍ਹਾਂ ਦੇ ਥਰੂ ਸਿਗਨਲਸ ਇਨਫੋਰਮੇਸ਼ਨ ਟਰੈਵਲ ਹੁੰਦੀ ਹੈ, ਚਾਹੇ ਉਹ ਮਾਈਕਰੋ ਪ੍ਰੋਸੈਸਰ ਤੋਂ ਮੈਮਰੀ ਦੇ ਵਿੱਚ ਜਾ ਰਹੀ ਹੈ, ਮੈਮਰੀ ਤੋਂ ਮਾਈਕਰੋ ਪ੍ਰੋਸੈਸਰ ਵੱਲ ਆ ਰਹੀ ਹੈ, ਜਾਂ ਮਾਈਕਰੋ ਪ੍ਰੋਸੈਸਰ ਤੋਂ ਇਨਪੁਟ ਆਊਟਪੁੱਟ ਡਿਵਾਈਸਿਸ ਵੱਲ ਆ ਰਹੀ ਹੈ। ਇਹ ਜਿਹੜੀ ਸਿਗਨਲਸ ਟਰੈਵਲ ਹੁੰਦੇ ਨੇ ਇਹ ਡਿਫਰੈਂਟ ਤਾਰਾਂ ਦੇ ਥਰੂ ਹੁੰਦੇ ਨੇ, ਡਿਫਰੈਂਟ ਵਾਇਰਸ ਦੇ ਥਰੂ ਹੁੰਦੇ ਨੇ। ਤਾਂ ਇਹਨਾਂ ਵਾਇਰਸ ਨੂੰ ਬੇਸਿਕਲੀ ਜੋ ਬੱਸਿਸ ਕਹਿ ਦਿੱਤਾ ਜਾਂਦਾ ਹੈ ਟੈਕਨੀਕਲੀ ਲੈਂਗੁਏਜ ਦੇ ਵਿੱਚ, ਥੀਸ ਆਰ ਕਾਲਡ ਬੱਸਿਸ। ਤਾਂ ਸਾਡੀ ਅਸੀਂ ਡਾਇਗਰਾਮ ਦੇਖ ਸਕਦੇ ਹਾਂ। ਤਾਂ ਇਹਦੇ ਵਿੱਚ ਅਸੀਂ ਗੌਰ ਕਰੀਏ ਤਾਂ ਤਿੰਨ ਤਰ੍ਹਾਂ ਦੀਆਂ ਬੱਸਿਸ ਨੇ, ਐਡਰੈਸ ਬੱਸ, ਡਾਟਾ ਬੱਸ ਐਂਡ ਕੰਟਰੋਲ ਬੱਸ। ਜਿਹੜੀ ਸਾਡੀ ਐਡਰੈਸ ਬੱਸ ਹੈ ਉਹ A0 to A15 ਯਾਨੀ 16 ਬਿਟ ਦੀ ਹੈ ਇਨ ਕੇਸ ਆਫ 8085 ਮਾਈਕਰੋ ਪ੍ਰੋਸੈਸਰ। ਐਂਡ ਜਿਹੜੀ ਡਾਟਾ ਬੱਸ ਹੈ ਉਹ D0 to D7 ਯਾਨੀ 8 ਬਿਟ ਦੀ ਹੈਗੀ ਹੈ। ਅਸੀਂ ਇੱਕ ਗੱਲ ਧਿਆਨ ਨਾਲ ਦੇਖਦੇ ਹਾਂ ਕਿ ਜਿਹੜੀ ਡਾਟਾ ਬੱਸ ਹੈ ਇਟ ਇਜ਼ ਬਾਈ ਡਾਇਰੈਕਸ਼ਨਲ। ਬਾਈ ਡਾਇਰੈਕਸ਼ਨਲ ਦਾ ਮਤਲਬ ਕੀ ਹੈ ਕਿ ਦੋਨੋਂ ਸਾਈਡ ਹੀ ਡਾਟਾ ਸੈਂਡ ਕਰ ਸਕਦੀ ਹੈ ਐਂਡ ਰਿਸੀਵ ਕਰ ਸਕਦੀ ਹੈ। ਸੋ ਪਰ ਐਡਰੈਸ ਜਿਹੜੀ ਲਾਈਨ ਹੈ ਉਹ ਯੂਨੀ ਡਾਇਰੈਕਸ਼ਨਲ ਹੈ, ਯਾਨੀ ਮਾਈਕਰੋ ਪ੍ਰੋਸੈਸਰ ਤੋਂ ਐਡਰੈਸ ਜਨਰੇਟ ਹੋ ਕੇ ਸਿਰਫ ਤੇ ਸਿਰਫ ਮੈਮਰੀ ਵੱਲ ਜਾਂ ਆਈਓ ਡਿਵਾਈਸ ਵੱਲ ਜਾ ਸਕਦਾ ਹੈ। ਐਡਰੈਸ ਲਾਈਨ ਫਿਰ ਮੈਂ ਕਹਿ ਰਿਹਾ ਯੂਨੀ ਡਾਇਰੈਕਸ਼ਨਲ ਹੈ ਕਿ ਮਾਈਕਰੋ ਪ੍ਰੋਸੈਸਰ ਨੇ ਐਡਰੈਸ ਜਨਰੇਟ ਕਰਕੇ ਮੈਮਰੀ ਤੋਂ ਡਾਟਾ ਫਾਈਂਡ ਕਰਨਾ ਹੈ ਜਾਂ ਆਈਓ ਡਿਵਾਈਸ ਤੋਂ ਡਾਟਾ ਫਾਈਂਡ ਕਰਨਾ ਹੈ। ਕੰਟਰੋਲ ਬੱਸ ਵੀ ਜੋ ਹੁੰਦੀ ਹੈ ਉਹ ਵੀ ਯੂਨੀ ਡਾਇਰੈਕਸ਼ਨਲ ਹੈ, ਅਸੀਂ ਡਾਇਗਰਾਮ 'ਚ ਦੇਖ ਰਹੇ ਹਾਂ। ਬੇਸਿਕਲੀ ਕੰਟਰੋਲ ਬੱਸ ਦਾ ਕੰਮ ਕੀ ਹੈ ਕਿ ਜਿੰਨੇ ਵੀ ਕੰਟਰੋਲ ਸਿਗਨਲ ਹਨ ਉਹ ਇਸ ਬੱਸ ਦੇ ਥਰੂ ਹੀ ਟਰੈਵਲ ਹੋਣੇ ਨੇ। ਆਪਾਂ ਡਿਸਕਸ ਕਰਦੇ ਹਾਂ ਅਗਲੀਆਂ ਸਲਾਈਡਸ ਦੇ ਵਿੱਚ। ਸੋ ਜਿਵੇਂ ਮੈਂ ਹੁਣੇ ਦੱਸਿਆ ਕਿ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਬੱਸਿਸ ਹੈਗੀਆਂ, ਐਡਰੈਸ ਬੱਸ, ਡੇਟਾ ਬੱਸ ਐਂਡ ਕੰਟਰੋਲ ਬੱਸ। ਸੋ ਵਾਰੀ ਕਰਕੇ ਆਪਾਂ ਡਿਸਕਸ ਕਰਾਂਗੇ। ਸੋ ਐਡਰੈਸ ਬੱਸ ਕੀ ਹੈਗੀ ਹੈ ਕਿ ਐਡਰੈਸ ਬੱਸ ਉਹ ਵਾਲੀਆਂ ਵਾਇਰਸ ਹੈ ਜਿਹਦੇ ਥਰੂ ਸਿਰਫ ਤੇ ਸਿਰਫ ਐਡਰੈਸ ਸਿਗਨਲਸ ਹੀ ਟਰੈਵਲ ਹੋਣੇ। ਸੋ ਜਿਹੜਾ ਐਡਰੈਸ ਸਿਗਨਲ ਹੈਗਾ ਉਹ ਮਾਈਕਰੋ ਪ੍ਰੋਸੈਸਰ ਤੋਂ ਮੈਮਰੀ ਜਾਂ ਮਾਈਕਰੋ ਪ੍ਰੋਸੈਸਰ ਤੋਂ ਆਈਓ ਡਿਵਾਈਸਿਸ ਵਾਲੀ ਟਰੈਵਲ ਹੋਏਗਾ। ਜਿਹੜਾ ਸਾਡਾ ਐਡਰੈਸ ਬੱਸ ਦਾ ਸਾਈਜ਼ ਹੈਗਾ ਉਹ 16 ਬਿਟ ਹੈਗਾ। ਅਗਰ ਅਸੀਂ ਆਪਣੀ ਮੈਮਰੀ ਦਾ ਸਾਈਜ਼ ਫਾਈਂਡ ਆਊਟ ਕਰਨਾ ਹੋਵੇ ਤਾਂ ਸਾਡੇ ਕੋਲ ਇੱਕ ਤਰੀਕਾ ਹੈਗਾ 2n, ਜਿੱਥੇ n ਹੈਗਾ, n ਕੀ ਹੈ, n ਇਜ਼ ਸਾਈਜ਼ ਆਫ ਐਡਰੈਸ ਬੱਸ। ਤਾਂ ਐਡਰੈਸ ਬੱਸ ਅਗਰ 8085 ਦੀ ਗੱਲ ਕਰੀਏ ਤਾਂ ਸਾਡੇ ਕੋਲ ਐਡਰੈਸ ਜਿਹੜਾ ਹੈਗਾ, ਐਡਰੈਸ ਪਿੰਸ ਜਿਹੜੀਆਂ ਜਾਂ ਐਡਰੈਸ ਬੱਸ ਹੈਗੀ ਆ ਉਹਦਾ ਸਾਈਜ਼ 16 ਬਿਟ ਹੈਗਾ। ਅਸੀਂ 2n ਕਰਾਂਗੇ ਯਾਨੀ 216 ਕਰਾਂਗੇ ਤਾਂ ਸਾਡੇ ਕੋਲ 65,536 ਮੈਮਰੀ ਲੋਕੇਸ਼ਨਸ ਜਿਹੜੀਆਂ ਨੇ ਉਹ ਆ ਜਾਣਗੀਆਂ। ਤਾਂ ਅਸੀਂ ਇਹਦੀ ਰੇਂਜ ਕਿਵੇਂ ਬਣਾ ਲਵਾਂਗੇ, 000h to FFFH। ਦਿਸ ਇਜ਼ 000h to FFFH, ਜਿੱਥੇ h ਦਾ ਮਤਲਬ ਹੈਕਸਾਡੈਸੀਮਲ ਹੈਗਾ, ਯਾਨੀ ਅਸੀਂ ਇਹਨੂੰ ਹੈਕਸਾਡੈਸੀਮਲ ਫਾਰਮੈਟ ਦੇ ਵਿੱਚ ਰੀਪ੍ਰਜੈਂਟ ਕਰਦੇ ਹਾਂ। ਅਗਰ ਕੋਈ ਹੋਰ
ਅਸੀਂ ਮਾਈਕਰੋ ਪ੍ਰੋਸੈਸਰ ਲੈ ਰਹੇ ਹਾਂ ਜਿਹਦਾ ਐਡਰੈਸ ਬੱਸ ਦਾ ਸਾਈਜ਼ 32 ਬਿਟ ਹੈਗਾ ਤਾਂ ਅਸੀਂ 2 ਦੀ ਪਾਵਰ 32 ਕਰ ਦਿਆਂਗੇ। ਸੋ ਇਟ ਡਿਪੈਂਡਸ ਅਪੋਨ ਦਾ ਟਾਈਪ ਆਫ ਪ੍ਰੋਸੈਸਰ ਕਿ ਉਹਦਾ ਐਡਰੈਸ ਬੱਸ ਦਾ ਸਾਈਜ਼ ਕਿੰਨਾ ਹੈਗਾ। ਸੋ ਸਾਡੀ ਜਿਹੜੀ 8085 ਹੈ ਇਹਦਾ ਜਿਹੜਾ ਸਾਈਜ਼ ਹੈ ਉਹ 16 ਬਿਟ ਹੈ, तो ਅਸੀਂ 2 ਦੀ ਪਾਵਰ 16 ਕਰਦੇ ਹਾਂ ਤਾਂ ਸਾਡੇ ਕੋਲ 65536 ਡਿਫਰੈਂਟ ਮੈਮਰੀ ਲੋਕੇਸ਼ਨਸ ਆ ਜਾਂਦੀਆਂ। ਅਸੀਂ ਇਹਨੂੰ 0 ਤੋਂ 65535 ਜਿਹੜਾ ਕਾਊਂਟ ਕਰਦੇ ਹਾਂ, 0 ਨੂੰ ਕਾਊਂਟ ਕਰਦੇ ਹਾਂ ਤਾਂ 65536 ਇਹਨੂੰ ਮੰਨ ਲਿਆ ਜਾਂਦਾ। ਉਸ ਤੋਂ ਬਾਅਦ ਅਗਰ ਗੱਲ ਕਰੀਏ ਤਾਂ ਸਾਡੇ ਕੋਲ ਹੈ ਡਾਟਾ ਬੱਸ। ਹੁਣ ਜਿਸ ਤਰ੍ਹਾਂ ਐਡਰੈਸ ਬੱਸ ਸਿਰਫ ਐਡਰੈਸ ਨੂੰ ਹੀ ਲੈ ਕੇ ਜਾਂਦੀ ਸੀ ਜਾਂ ਉਸ 'ਤੇ ਐਡਰੈਸ ਹੀ ਟਰੈਵਲ ਹੁੰਦਾ ਸੀਗਾ, ਡਾਟਾ ਬੱਸ ਦੇ ਉੱਤੇ ਡਾਟਾ ਹੀ ਟਰੈਵਲ ਕਰਦਾ। ਪਰ ਇਹ ਜਿਹੜੀ ਬੱਸ ਹੈਗੀ ਆ ਬਾਈ ਡਾਇਰੈਕਸ਼ਨਲ ਹੈ। ਬਾਈ ਡਾਇਰੈਕਸ਼ਨਲ ਦਾ ਮਤਲਬ ਕੀ ਹੈਗਾ ਕਿ ਡਾਟਾ ਜਾਂ ਸਿਗਨਲ ਬੋਥ ਸਾਈਡ ਟਰੈਵਲ ਕਰਦੇ ਆ। ਜਾਂ ਦੇਖੋ ਪਹਿਲੀ ਸਾਡੇ ਕੋਲ ਪੋਸੀਬਿਲਿਟੀ ਹੈ ਮਾਈਕਰੋ ਪ੍ਰੋਸੈਸਰ ਤੋਂ ਮੈਮਰੀ ਜਾਂ ਆਈਓ ਡਿਵਾਈਸ ਵੱਲ, ਜਾਂ ਮੈਮਰੀ ਤੋਂ ਪ੍ਰੋਸੈਸਰ ਵੱਲ ਜਾਂ ਆਈਓ ਡਿਵਾਈਸ ਤੋਂ ਪ੍ਰੋਸੈਸਰ ਵੱਲ। ਦੇਖੋ ਅਸੀਂ ਕਹਿੰਦੇ ਆ ਅਗਰ ਅਸੀਂ ਇਹ ਕਿਉਂ ਹੈ, ਅਗਰ ਅਸੀਂ ਕੋਈ ਡਾਟਾ ਮੈਮਰੀ ਤੋਂ ਜਾਂ ਆਈਓ ਡਿਵਾਈਸ ਤੋਂ ਲੈ ਰਹੇ ਹੈਗੇ ਆ, ਅਗਰ ਮਾਈਕਰੋ ਪ੍ਰੋਸੈਸਰ ਕੋਈ ਡਾਟਾ ਆਈਓ ਡਿਵਾਈਸ ਤੋਂ ਜਾਂ ਮੈਮਰੀ ਤੋਂ ਲੈ ਰਿਹਾ, ਦੈਟ ਇਜ਼ ਕਾਲਡ ਰੀਡ ਆਪਰੇਸ਼ਨ। ਠੀਕ ਹੈ, ਯਾਨੀ ਡਾਟਾ ਟ੍ਰਾਂਸਫਰ ਕਿੱਥੇ ਹੋਇਆ, ਮੈਮਰੀ ਤੋਂ ਮਾਈਕਰੋ ਪ੍ਰੋਸੈਸਰ ਵੱਲ। ਅਗਰ ਮਾਈਕਰੋ ਪ੍ਰੋਸੈਸਰ ਕੋਈ ਡਾਟਾ ਮੈਮਰੀ ਦੇ ਉੱਤੇ ਸੇਵ ਕਰ ਰਿਹਾ, ਦੈਟ ਇਜ਼ ਕਾਲਡ ਰਾਈਟ ਆਪਰੇਸ਼ਨ। ਸੋ ਦੈਟ ਮੀਨਸ ਕਮਿਊਨੀਕੇਸ਼ਨ ਜਿਹੜੀ ਹੈਗੀ ਆ ਉਹ ਬੋਥ ਸਾਈਡ ਹੈਗੀ ਹੈ, ਬੋਥ ਡਾਇਰੈਕਸ਼ਨ 'ਚ ਹੈਗੀ ਹੈ। ਸੋ ਜਿਹੜੀ ਇਹ ਸਾਡੀ ਵਾਇਰ ਹੈਗੀ, ਇਸ ਬੱਸ ਹੈਗੀ ਹੈ, ਇਹ ਬਾਈ ਡਾਇਰੈਕਸ਼ਨਲ ਹੁੰਦੀ ਹੈ। ਅਗਰ ਇਹਦੀ ਅਸੀਂ ਲੈਂਥ ਹੈਗੀ ਹੈ ਜਿਹੜੀ ਉਹ ਸਾਡੀ 8 ਬਿਟ ਹੈਗੀ ਹੈ। ਸੋ ਅਗਰ ਇਹਦੀ ਰੇਂਜ ਅਸੀਂ ਲੈਣੀ ਹੋਵੇ ਤਾਂ ਇਹਨੂੰ ਵੀ 2n ਕਰਾਂਗੇ ਤਾਂ ਸਾਡੀ ਜਿਹੜੀ ਰੇਂਜ ਹੈਗੀ ਹੈ ਇਹ 00h ਤੋਂ FFH ਆ ਜਾਏਗੀ। 2/8 ਕਰਾਂਗੇ ਤਾਂ 256 ਮੈਮਰੀ ਲੋਕੇਸ਼ਨਸ ਆਉਣਗੀਆਂ ਸਾਡੇ ਕੋਲ। ਜਦੋਂ ਐਜ਼ ਆਈ ਟੋਲਡ ਕਿ ਜਦੋਂ ਰਾਈਟ ਆਪਰੇਸ਼ਨ ਹੋਏਗਾ ਉਦੋਂ ਡਾਟਾ ਜਿਹੜਾ ਹੈਗਾ ਉਹ ਪ੍ਰੋਸੈਸਰ ਤੋਂ ਮੈਮਰੀ ਵੱਲ ਜਾਏਗਾ। ਜਦੋਂ ਰੀਡ ਆਪਰੇਸ਼ਨ ਹੋਏਗਾ ਉਦੋਂ ਮੈਮਰੀ ਤੋਂ ਪ੍ਰੋਸੈਸਰ ਵੱਲ ਜਾਏਗਾ। ਮੈਂ ਇੱਕ ਵਾਰ ਫਿਰ ਕਲੀਅਰ ਕਰਦਾ, ਜਦੋਂ ਰਾਈਟ ਆਪਰੇਸ਼ਨ ਹੋਏਗਾ ਉਦੋਂ ਡਾਟਾ ਮਾਈਕਰੋ ਪ੍ਰੋਸੈਸਰ ਤੋਂ ਮੈਮਰੀ ਵੱਲ ਜਾਏਗਾ ਜਾਂ ਆਈਓ ਡਿਵਾਈਸ ਵੱਲ ਜਾਏਗਾ। ਜਦੋਂ ਰੀਡ ਆਪਰੇਸ਼ਨ ਹੋਏਗਾ ਉਦੋਂ ਡਾਟਾ ਮੈਮਰੀ ਤੋਂ ਪ੍ਰੋਸੈਸਰ ਵੱਲ ਜਾਂ ਆਈਓ ਡਿਵਾਈਸ ਤੋਂ ਪ੍ਰੋਸੈਸਰ ਵੱਲ ਟਰੈਵਲ ਕਰੇਗਾ। ਸੋ ਇਹ ਰੀਡ ਐਂਡ ਰਾਈਟ ਆਪਰੇਸ਼ਨ ਹੈਗਾ, ਤਾਂ ਹੀ ਇਹ ਜਿਹੜੀ ਬੱਸ ਹੈ ਇਹ ਬਾਈ ਡਾਇਰੈਕਸ਼ਨਲ ਹੈਗੀ ਹੈ। ਜਿਹੜੀ ਸਾਡੀ ਲਾਸਟ ਬੱਸ ਹੈ ਦੈਟ ਇਜ਼ ਕੰਟਰੋਲ ਬੱਸ। ਉਹ 'ਤੇ ਕੀ ਟਰੈਵਲ ਹੁੰਦਾ ਬੇਸਿਕਲੀ, ਕੰਟਰੋਲ ਬੱਸ 'ਤੇ ਜਿਹੜਾ ਸਾਡਾ ਕੰਟਰੋਲ ਯੂਨਿਟ ਹੈ ਉਹਨੇ ਟਾਈਮਿੰਗ ਐਂਡ ਕੰਟਰੋਲ ਸਿਗਨਲ ਜਿਹੜੇ ਆ ਉਹ ਭੇਜਣੇ ਆ। ਕਿਹਦੇ ਵਾਸਤੇ, ਜਿੰਨੇ ਵੀ ਐਸੋਸੀਏਟਡ ਪੈਰੀਫਿਰਲਸ ਹੈਗੇ ਆ ਜਾਂ ਮੈਮਰੀ ਹੈ ਸਾਡੀ, ਉਹਨੂੰ ਕੰਟਰੋਲ ਸਿਗਨਲ ਭੇਜਣੇ ਆ। ਦੇਖੋ ਕੋਈ ਵੀ ਕਮਿਊਨੀਕੇਸ਼ਨ ਹੈਗੀ ਹੈ, ਕਿਸੇ ਤਰ੍ਹਾਂ ਦਾ ਵੀ ਸਿਸਟਮ ਆ, ਉੱਥੇ ਕੰਟਰੋਲ ਸਿਗਨਲਸ ਦਾ ਹੋਣਾ ਜ਼ਰੂਰੀ ਹੈ ਤਾਂ ਹੀ ਪ੍ਰੋਪਰ ਕਮਿਊਨੀਕੇਸ਼ਨ ਹੋ ਸਕਦੀ ਹੈ। ਸਾਡੇ ਕੋਲ ਡਿਫਰੈਂਟ ਤਰ੍ਹਾਂ ਦੇ ਸਿਗਨਲਸ ਹੈਗੇ ਆ ਜਿਨ੍ਹਾਂ ਵਿੱਚੋਂ ਕੁਝ ਮੈਮਰੀ ਰੀਡ, ਮੈਮਰੀ ਰਾਈਟ, ਇਨਪੁਟ ਆਊਟਪੁੱਟ ਰੀਡ, ਇਨਪੁਟ ਆਊਟਪੁੱਟ ਰਾਈਟ ਜਾਂ ਆਪ ਕੋਡ ਫੈਚ ਨਾਮ ਦੇ ਸਾਡੇ ਕੋਲ ਸਿਗਨਲਸ ਹੈਗੇ ਆ, ਜਿਹੜੇ ਸਿਗਨਲਸ ਕੰਟਰੋਲ ਵਾਸਤੇ ਟਰੈਵਲ ਹੁੰਦੇ। ਠੀਕ ਹੈ, ਬੇਸਿਕਲੀ ਕੀ ਹੈਗੇ ਆ, ਇਹ ਐਸੋਸੀਏਟਡ ਸਿਗਨਲ ਹੈਗੇ ਆ। ਜਿਹੜਾ ਫਾਰ ਐਗਜ਼ਾਮਪਲ ਅਸੀਂ ਰੀਡ ਕਰ ਰਹੇ ਹਾਂ ਮੈਮਰੀ ਨੂੰ ਤਾਂ ਮੈਮਰੀ ਰੀਡ ਕੰਟਰੋਲ ਸਿਗਨਲ ਜਾਏਗਾ। ਅਗਰ ਆਈਓ ਡਿਵਾਈਸ ਰੀਡ ਕਰ ਰਹੇ ਹਾਂ ਤਾਂ ਆਈਓ ਡਿਵਾਈਸ ਰੀਡ ਸਿਗਨਲ ਅਨੇਬਲ ਹੋਏਗਾ। ਠੀਕ ਹੈ, ਸੋ ਡਿਫਰੈਂਟ ਕੰਟਰੋਲ ਸਿਗਨਲਸ ਹੈਗੇ ਆ ਉਹ ਜਿਹੜੇ ਨਾਲ ਦੀ ਨਾਲ ਚੱਲਦੇ ਹੈਗੇ ਆ ਵਿਦ ਦਾ ਆਪਰੇਸ਼ਨਸ। ਸੋ ਆਪਾਂ ਫਿਰ ਇੱਕ ਵਾਰ ਡਾਇਗਰਾਮ ਦੇਖ ਲੈਂਦੇ ਹਾਂ ਕਿ ਮਾਈਕਰੋ ਪ੍ਰੋਸੈਸਰ ਜਿਹੜਾ 8085 ਹੈ ਉਹਦੇ 'ਚ ਬੱਸਿਸ 3 ਨੇ, ਐਡਰੈਸ ਬੱਸ, ਡੇਟਾ ਬੱਸ ਐਂਡ ਕੰਟਰੋਲ ਬੱਸ। ਅਸੀਂ ਡਾਇਗਰਾਮ 'ਚ ਦੇਖ ਸਕਦੇ ਹਾਂ ਕਿ ਜਿਹੜਾ ਸਾਡਾ ਮੈਮਰੀ ਦੇ ਨਾਲ ਅਗਰ ਸਿਰਫ ਮੈਮਰੀ ਯੂਨਿਟ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਡਾਟਾ ਬੱਸ ਹੈਗੀ ਆ ਉਹ ਬਾਈ ਡਾਇਰੈਕਸ਼ਨਲ ਹੈਗੀ, ਬਾਕੀ ਸਾਰੀਆਂ ਯੂਨੀ ਡਾਇਰੈਕਸ਼ਨਲ ਤਰੀਕੇ ਦੇ ਨਾਲ ਜੁੜੀਆਂ ਹੋਈਆਂ। ਸੋ ਡਾਟਾ ਬੱਸ ਹੀ ਬਾਈ ਡਾਇਰੈਕਸ਼ਨਲ ਆ ਕਿਉਂਕਿ ਡਾਟਾ ਜਿਹੜਾ ਹੈਗਾ ਉਹ ਪ੍ਰੋਸੈਸਰ ਤੋਂ ਮੈਮਰੀ ਜਾਂ ਪ੍ਰੋਸੈਸਰ ਤੋਂ ਆਈਓ ਡਿਵਾਈਸਿਸ ਵੱਲ ਟਰੈਵਲ ਕਰਦਾ ਹੈਗਾ ਇਨ ਬੋਥ ਵੇਜ਼, ਮੈਮਰੀ ਤੋਂ ਪ੍ਰੋਸੈਸਰ ਵੱਲ ਵੀ, ਆਈਓ ਡਿਵਾਈਸ ਤੋਂ ਪ੍ਰੋਸੈਸਰ ਵੱਲ ਵੀ। ਸੋ ਇਹ ਐਡਰੈਸ ਜਿਹੜਾ ਸਿਰਫ ਜਨਰੇਟ ਹੁੰਦਾ ਮਾਈਕਰੋ ਪ੍ਰੋਸੈਸਰ ਨੇ ਜਨਰੇਟ ਕਰਨਾ ਟੂ ਫਾਈਂਡ ਆਊਟ ਦ ਡਿਜ਼ਾਇਰ ਡਾਟਾ ਐਂਡ ਡਿਜ਼ਾਇਰ ਇਨਫੋਰਮੇਸ਼ਨ ਕਿ ਕਿੱਥੇ ਪਈ ਹੈਗੀ ਆ, ਉਹ ਐਡਰੈਸ ਜਨਰੇਟ ਕਰੇਗਾ ਮੈਮਰੀ ਦਾ ਜਾਂ ਆਈਓ ਡਿਵਾਈਸ ਦਾ, ਤਾਂ ਉੱਥੋਂ ਡਾਟਾ ਰੀਡ ਕਰ ਲਏਗਾ ਜਾਂ ਰਾਈਟ ਵੀ ਕਰ ਸਕਦਾ, ਇਟ ਡਿਪੈਂਡਸ। ਸੋ ਕੰਟਰੋਲ ਬੱਸ ਸਾਡੀ ਜਿਹੜੀ ਹੈਗੀ ਹੈ
ਇਹ ਕੀ ਕੰਟਰੋਲ ਸਿਗਨਲਸ ਨੂੰ ਸੈਂਡ ਕਰਨ ਦੇ ਕੰਮ ਆਉਂਦੀ ਹੈ। ਸੋ ਮੈਨੂੰ ਲੱਗਦਾ ਹੈ ਕਿ ਕਾफ़ी ਕੁਝ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਇਹ ਸਾਡਾ ਪਹਿਲਾ ਟੌਪਿਕ ਸੀਗਾ, ਜਿਹੜਾ ਦੂਸਰੇ ਚੈਪਟਰ ਦਾ, ਸੈਕੰਡ ਚੈਪਟਰ ਦਾ ਸਿਲੇਬਸ ਦੇ ਪਹਿਲਾ ਟੌਪਿਕ ਸੀ। ਅਗਰ ਕਿਸੇ ਨੂੰ ਕੋਈ ਡਾਊਟ ਹੈਗਾ ਜਾਂ ਕੋਈ ਸਮੱਸਿਆ ਹੈ ਤਾਂ ਉਹ ਮੈਨੂੰ ਪਲੀਜ਼ ਕਮੈਂਟ ਕਰਕੇ ਜਾਂ ਮੈਨੂੰ ਪਰਸਨਲੀ फ़ोन करके अपने क्वेरीज क्लियर कर सकते हैं। थैंक यू।